ਸਤਿ ਸ਼੍ਰੀ ਅਕਾਲ। ਮੈਂ ਹਾਂ ਜਸਵੀਰ ਤੇ ਚੱਕ ਦੇ ਟੀਵੀ ਦੇ ਪ੍ਰੋਗਰਾਮ ਪੱਖ ਦੀਆਂ ਖਬਰਾਂ ਦੇ ਵਿੱਚ ਤੁਹਾਡਾ ਸਵਾਗਤ ਹੈ। ਉਹ ਪ੍ਰੋਗਰਾਮ ਜਿਹਦੇ ਵਿੱਚ ਅਸੀਂ ਤਾਜ਼ਾ ਤਰੀਨ ਖਬਰਾਂ ਔਰ ਕੁਝ ਚਲੰਤ ਮੁੱਦਿਆਂ ਦੇ ਉੱਤੇ ਝਾਤ ਪਾਉਂਦੇ ਹਾਂ। ਕੋਸ਼ਿਸ਼ ਇਹ ਰਹਿੰਦੀ ਹੈ ਕਿ ਖਬਰ ਜਾਂ ਉਸ ਨੁਕਤੇ ਜਾਂ ਮੁੱਦੇ ਦੇ ਸਿਰਫ ਸੁਰਖੀ ਤੱਕ ਮਹਿਦੂਦ ਤੁਹਾਨੂੰ ਨਾ ਰੱਖਿਆ ਜਾਵੇ, ਬਲਕਿ ਇੱਕ ਸਕਾਰਾਤਮਕ ਅਤੇ ਵਿਸਥਾਰਤ ਚਰਚਾ ਹੋਵੇ ਤਾਂ ਕਿ ਖਬਰ ਦੀ ਹਕੀਕਤ ਮੁੱਦੇ ਦਾ ਸੱਚ खुल के तुहाडे सामने आ सके। और इस कोशिश के विच बकायदा स्टूडियो च मेरे नाल मौजूद रहिंदे ने उगे ਸਾਹਿਤਕਾਰ ਤੇ ਸੀਨੀਅਰ ਪੱਤਰਕਾਰ ਦੇਸਰਾਜ ਕਾਲੀ जी। काली जी जी आए कि ਤੁਹਾਨੂੰ प्रोग्राम ਦੇ ਵਿੱਚ। ਮਿਹਰਬਾਨੀ ਜੀ, ਥੈਂਕ ਯੂ। ਇਸ ਤੋਂ ਇਲਾਵਾ ਸੀਨੀਅਰ ਪੱਤਰਕਾਰ ਰਾਕੇਸ਼ ਆਨੰਦ ਵੀ ਸਾਡੇ ਨਾਲ ਮੌਜੂਦ ਰਹਿਣਗੇ ਨਾ ਜੀ, ਤੁਹਾਨੂੰ ਵੀ ਜੀ ਆਏ ਕਹਿੰਦੇ ਆ। और ਸਾਡੇ ਸਹਿਯੋਗੀ ਪੱਤਰਕਾਰ ਗੁਰਵਿੰਦਰ ਸੰਧੂ ਵੀ ਸਾਡੇ ਨਾਲ ਮੌਜੂਦ ਨੇ। ਸੰਧੂ ਸਾਹਿਬ ਖੁਸ਼ਾਮਦੀਦ ਪ੍ਰੋਗਰਾਮ ਪੱਖ ਦੀਆਂ ਖਬਰਾਂ ਦੇ ਵਿੱਚ। ਮਿਹਰਬਾਨੀ ਜੀ। ਸ਼ੁਰੂਆਤ ਇਸ ਪ੍ਰੋਗਰਾਮ ਦੀ ਕਰਦੇ ਹਾਂ। बहुत लंबी चर्चा चली सी कि साडा भारती समाज चार वर्गां चार वर्णां दे विच वंडिया होया है। किने वंडिया, क्यों वंडिया ते किवें वंडिया, इहदे बारे मेरा ख्याल है कि बहुता कुछ दस्सण दी जरूरत नहीं। साडे व्यूवर्स इन्ने कुछ सियाणे हैगे आ, वो इस गल नूं भली भांत जाणदे आ कि कुछ ने सत्ता ते काबज़ होण लई ਤੇ ਕੁਝ ਨੂੰ ਸੱਤਾ ਤੋਂ ਥੱਲੇ ਰੱਖਣ ਲਈ ਇਹ ਸਾਰਾ ਕੁਝ ਕੀਤਾ ਗਿਆ। ਬੇਸ਼ੱਕ 1947 ਦੇ ਵਿੱਚ ਅਸੀਂ ਆਜ਼ਾਦ ਹੋਏ, 1950 ਦੇ ਵਿੱਚ ਸਾਡਾ ਆਪਣਾ ਸੰਵਿਧਾਨ ਸਾਨੂੰ ਮਿਲ ਗਿਆ ਔਰ ਸੰਵਿਧਾਨ ਤੋਂ ਬਾਅਦ ਬਹੁਤ ਸਾਰੇ ਹੱਕ, ਬਹੁਤ ਸਾਰੇ ਅਧਿਕਾਰ ਔਰ ਬਰਾਬਰਤਾ ਦਾ ਅਧਿਕਾਰ ਖਾਸ ਤੌਰ ਤੇ ਜਿਹੜਾ ਮਿਲਿਆ। ਪਰ ਇਸ ਸੰਵਿਧਾਨ ਦੇ ਵਿੱਚ ਉਹ ਲੋਕ ਜਿਨ੍ਹਾਂ ਨੂੰ ਸਦੀਆਂ ਤੋਂ ਦਬਾ ਕੇ ਰੱਖਿਆ ਗਿਆ ਸੀਗਾ, ਹਮੇਸ਼ਾ ਪਿੱਛੇ ਰੱਖਿਆ ਗਿਆ ਸੀਗਾ, ਉਹਨਾਂ ਨੂੰ ਕੁਝ विशेष हक अधिकार दिते गए ताकि वो मुख धारा दे विच आण के शामिल हो सकन और कुछ समय तक जदों उन्हां दी दशा ते दिशा सुधर जाए तो उस तो बाद शायद इस विशेष अधिकारां दी जरूरत नहीं महसूस होएगी। पिछले लगभग 7 दहाकियां तो इस विशेष अधिकार यानी कि राखवेंकरण के अधिकार नूं लैके चर्चा चल रही है, कितना जायज़ है कितना नाजायज़ है। तो जे दो कुछ दहाकियां दी हुण दी गल करिए तो ये थोड़ा जिहा तिखे रूप दे विच गल्लां उभर के सामने आ रही ने। इस समय सोशल मीडिया का जमाना है और इस सोशल मीडिया के जमाने दे विच शायद सोशल मीडिया के उत्ते इसे नुकते के उत्ते लैके तिखी बहसबाजी भी हुंदी है, अब शब्दों का भी इस्तेमाल किया जाता है, दो धिरां भी आमो सामने खड़ियां हुंदियां नज़र आउंदियां ने ते कई बारी सरकारां या सियासी पार्टियां भी अपने अपने तरीके नाल इस नुकते इस मुद्दे नूं इस्तेमाल करदियां नज़र आउंदियां ने। मैं इन्नी लंबी चौड़ी गल इस करके कीती है क्योंकि अज जानी कि 6 सितंबर नूं भारत बंद दा सद्दा दिता गया सी। सद्दा किहਨਾਂ ने दिता सीगा? कुछ उच्च जातियां ने ਜਿਹੜੀਆਂ ਆਪਣੇ ਆਪ ਨੂੰ ਇਸ ਸਮਾਜ ਦੇ ਵਿੱਚ ਉਹ ਜਿਹੜੇ ਚਾਰ ਵਰਗ ਬਣਾਏ ਸੀਗੇ, ਉਹਨਾਂ ਚਾਰ ਵਰਗਾਂ ਵਰਣਾਂ ਦੇ ਵਿੱਚ ਚੌਥੀ ਤੇ ਤੀਜੀ ਧਿਰ ਨਾਲੋਂ ਆਪਣੇ ਆਪ ਨੂੰ ਦੂਜੀ ਤੇ ਪਹਿਲੀ ਧਿਰ ਦੇ ਵਿੱਚ ਰੱਖਦੇ ਆ, ਆਪਣੇ ਆਪ ਨੂੰ ਉੱਤਮ ਸਮਝਦੇ ਆ। ਜਾਂ ਫਿਰ ਉਹਨਾਂ ਦੇ ਵਿੱਚ ਵੀ ਕੁਝ ਇਹੋ ਜਿਹੇ ਲੋਕ ਹੈਗੇ ਜਿਨ੍ਹਾਂ ਨੂੰ ਜ਼ਰੂਰਤ ਰਾਖਵੇਂਕਰਨ ਦੀ ਇਸ ਸਮੇਂ ਪੈ ਰਹੀ ਹੈ, ਉਹਨਾਂ ਦੀ ਮਜਬੂਰੀ ਹੈ ਕਿ ਇਸ ਵੱਲ ਆਵਾਜ਼ ਉਹਨਾਂ ਨੂੰ ਚੁੱਕਣੀ ਪੈ ਰਹੀ ਹੈ। हालांकि बंद का बहुत ज़्यादा असर भारत के देखने को नहीं मिले, पर मध्य प्रदेश की गल कर लीए तो उत्थे धारा 144 लगानी पई। पंजाब की गल कर लीए तो पंजाब का फगवाड़ा शहर जिहड़ा थोड़ा समा पहला बढ़ता होया नज़र आया सीगा, उत्थे इस बंद का खासा असर देखने को मिला क्योंकि इस फगवाड़ा शहर के विच बकायदा कमांडो तैनात करनी पई। शहर नूं पुलिस छाउणी दे विच तब्दील करना पिया ताकि इत्थे कोई अणसुखावी घटना ना वापरे, क्योंकि ये वो शहर है पंजाब का जिथे अक्सर कुछ दलित समुदाय ते कुछ अगड़ियां श्रेणियां दे लोग आमो सामने काटवें बिंदु के उत्ते खड़दे नज़र आउंदे ने। देसराज काली जी, बंद का सद्दा दिता गया, बहुता सफल नहीं होया। जे असी 2 अप्रैल के बंद नूं देखदे हां ਜਿਹੜਾ SC/ST ਐਟਰੋਸਿਟੀ ਐਕਟ ਨੂੰ ਡਿਲੂਟ ਕਰਨ ਦੇ ਖਿਲਾਫ ਦੇ ਵਿੱਚ ਕੀਤਾ ਗਿਆ ਸੀਗਾ ਔਰ ਉਸ ਬੰਦ ਦਾ ਵਿਆਪਕ ਅਸਰ ਨਜ਼ਰ ਆਉਂਦਾ ਹੈ ਔਰ ਇੰਨਾ ਕੁ ਅਸਰ ਨਜ਼ਰ ਆਉਂਦਾ ਕਿ ਸੱਤਾ ਤੱਕ ਹਿੱਲ ਜਾਂਦੀ ਹੈ। ਤੇ ਇੱਥੇ
ਪੱਤਾ ਵੀ ਹਿੱਲਦਾ ਨਜ਼ਰ ਨਹੀਂ ਆਉਂਦਾ। ਪਰ ਇਸ ਬੰਦ ਨੂੰ ਲੈ ਕੇ ਪ੍ਰਚਾਰ ਖਾਸਾ ਕੀਤਾ ਜਾ ਰਿਹਾ ਹੈ, ਇਸ ਬੰਦ ਨੂੰ ਲੈ ਕੇ ਉਭਾਰਿਆ ਉਛਾਲਿਆ ਬਹੁਤ ਜਾ ਰਿਹਾ ਹੈ ਕਿ ਇਹ SC/ST ਐਟਰੋਸਿਟੀ ਐਕਟ ਨੂੰ ਲੈ ਕੇ ਜੋ ਸੰਸਦ ਦੇ ਵਿੱਚ ਬਿੱਲ ਪਾਸ ਕੀਤਾ ਗਿਆ ਸੀਗਾ, ਹੁਣ ਉਹਨੂੰ ਵੀ ਡਿਲਿਊਟ ਕਰਨ ਦੀ ਕੋਸ਼ਿਸ਼ ਹੈ ਜਾਂ ਜਾਣ ਬੁੱਝ ਕੇ ਜਿਹੜੇ ਮੁੱਖ ਮੁੱਦੇ ਰੋਟੀ ਕੱਪੜਾ ਮਕਾਨ ਦੇ ਇਸ ਵੇਲੇ ਭਾਰਤੀ ਲੋਕਾਂ ਦੇ ਹੈਗੇ ਨੇ, ਪੈਟਰੋਲ ਦੀਆਂ ਕੀਮਤਾਂ ਵੱਧ ਰਹੀਆਂ ਨੇ, ਉਹ ਮੁੱਦਾ ਬਣਦਾ ਪਿਆ ਹੈ। GST ਵਪਾਰੀਆਂ ਲਈ ਮੁਸ਼ਕਲ ਬਣੀ ਹੋਈ ਹੈ, ਇਸ ਤੋਂ ਇਲਾਵਾ ਅਰਥ ਵਿਵਸਥਾ ਡਿੱਗ ਰਹੀ ਹੈ, ਉਹ ਸਮੱਸਿਆ ਬਣੀ ਹੋਈ ਹੈ। ਨਾਲ ਦੀ ਨਾਲ ਜਿਨ੍ਹਾਂ ਲੋਕਾਂ ਦੇ ਬੱਚੇ ਵਿਦੇਸ਼ਾਂ ਦੇ ਵਿੱਚ ਪੜ੍ਹਦੇ ਆ, ਜਿਸ ਤਰੀਕੇ ਨਾਲ ਰੁਪਈਆ ਮੂਧੜੇ ਮੂੰਹ ਡਿੱਗਾ ਆ ਹੇਠਾਂ, ਉਹਨਾਂ ਲਈ ਚਿੰਤਾ ਬਣੀ ਹੋਈ। ਉਹਨਾਂ ਸਾਰੇ ਨੁਕਤਿਆਂ ਨੂੰ ਜਿਹੜਾ ਆ ਉਹ ਕਿਨਾਰੇ ਤੇ ਕਰਨ ਲਈ ਇਹ ਸਾਰਾ ਕੁਝ ਕੀਤਾ ਜਾ ਰਿਹਾ। ਜਸਵੀਰ, ਤੁਹਾਡੇ ਸਾਰੇ ਨੁਕਤਿਆਂ ਦੇ ਨਾਲ ਜੇ ਹੈ ਪੋਲਰਾਈਜੇਸ਼ਨ ਜੀ, ਪੋਲਰਾਈਜੇਸ਼ਨ 2019 ਮਿਸ਼ਨ 2019 ਹਰ ਜਿੰਨੇ ਇਸ਼ੂ ਤੁਸੀਂ ਉਠਾਏ ਨੇ, ਕਿੰਨੇ ਬਲਦੇ ਇਸ਼ੂ ਨੇ, ਕਿੱਡੇ ਅੱਜ ਦੇ ਜ਼ਰੂਰੀ ਮੁੱਦੇ ਨੇ ਜਿਨ੍ਹਾਂ ਅਸੀਂ 2-4 ਹੋ ਰਹੇ ਹਾਂ, ਜੇ ਟੱਕਰਾਂ ਮਾਰ ਰਹੇ ਹਾਂ, ਰੁਲ ਰਹੇ ਹਾਂ, ਬਲ ਰਹੇ ਹਾਂ। ਸੋਸਾਇਟੀ ਬਲਦੀ ਦੇ ਬੁੱਥੇ ਇਹਨਾਂ ਨੇ ਪਾਈ ਹੋਈ ਆ, ਔਰ ਉਹ ਆਪਣੀ ਪੋਲੀਟਿਕਸ ਸਾਰੀ ਖੇਡ ਰਿਹਾ। ਸਾਰੀ ਖੇਡ ਹੈ ਇੱਕ ਜਨਰਲ ਸਮਾਜ ਨੂੰ, ਹਿੰਦੂ ਨੂੰ, ਮੈਂ ਹਿੰਦੂ ਸ਼ਬਦ ਉਹ ਇਸਤੇਮਾਲ ਕਰਦੇ ਨੇ, ਤਾਂ ਹਿੰਦੂ ਨੂੰ ਕਿਵੇਂ ਇੱਕ ਪਾਸਿਓਂ ਖੜਾ ਕਰ ਦੇਣਾ ਹੈ ਔਰ ਆਪਣੀਆਂ ਵੋਟਾਂ ਹਥਿਆ ਲੈਣੀਆਂ। ਆਇਆ ਹਿੰਦੂ ਵਪਾਰੀ ਵੀ ਰੁੜ ਜਾਵੇ, ਆਇਆ ਹਿੰਦੂ ਛੋਟਾ ਇੰਡਸਟਰੀ ਰੁੜ ਜਾਵੇ, ਕਾਰੋਬਾਰੀ ਰੁੜ ਜਾਵੇ, ਉਹਨਾਂ ਨੂੰ ਇਸ ਗੱਲ ਨਾਲ ਲੈਣਾ ਦੇਣਾ ਕੋਈ ਨਹੀਂ ਹੈ। ਸੈਕੰਡ, ਜਸਵੀਰ, ਜਿਸ ਵੇਲੇ ਦੀ ਇਹ ਮੌਜੂਦਾ ਸਰਕਾਰ ਸਾਡੀ ਹੋਂਦ 'ਚ ਆਈ ਹੈ, BJP ਲੀਡਿੰਗ ਹੈ। BJP ਦੇ ਪਿੱਛੇ RSS ਦੀ ਸਾਰੀ ਫੋਰਸਿਸ ਕੰਮ ਕਰਦੀਆਂ ਨੇ, ਉਹੀ ਬ੍ਰਾਹਮਣਿਕ ਆਈਡੀਓਲੋਜੀ। ਔਰ ਤੁਸੀਂ ਹੈਰਾਨ ਮੰਨੋਗੇ ਕਿ ਇਸ ਤਰੀਕੇ ਦੇ ਨਾਲ ਉਹ ਇੰਨੀ ਤੇਜ਼ੀ ਔਰ ਇਸ ਤਰੀਕੇ ਦੇ ਨਾਲ ਆਪਣੇ ਆਈਡੀਓਲੋਜੀਕਲ ਕਮਿਟਮੈਂਟ ਪ੍ਰਤੀ ਕਾਰਜਸ਼ੀਲ ਨੇ। ਪਿੱਛੇ ਜੇ 2-3 ਦਿਨ ਪਹਿਲਾਂ ਦੀ ਗੱਲ ਹੈ, ਜਿਸ ਵੇਲੇ ਸੋਸ਼ਲ ਐਕਟਿਵਿਸਟ, ਪੱਤਰਕਾਰ ਔਰ ਸਾਡੇ ਰਾਈਟਰ ਬਾਰਬਰਾ ਰਾਓ, ਸੁਧਾ ਭਾਰਦਵਾਜ ਵਗੈਰਾ ਹੋਰ ਸਾਰਿਆਂ ਨੂੰ, ਨਵਲੱਖਾ ਹੋਰਾਂ ਨੂੰ ਗ੍ਰਿਫਤਾਰ ਕੀਤਾ ਹੈ। 5 ਕਾਰਕੁਨਾਂ ਨੂੰ ਗ੍ਰਿਫਤਾਰ ਕੀਤਾ ਹੈ ਔਰ ਹੋਰ ਬਹੁਤ ਸਾਰਿਆਂ ਨੂੰ ਡਿਸਟਰਬ ਕੀਤਾ। ਮੈਂ ਅੱਜ ਹੀ ਕਿ ਸਤਿਆ ਨਾਰਾਇਣਨ ਦਾ ਆਰਟੀਕਲ ਪੜ੍ਹ ਰਿਹਾ ਸੀਗਾ, ਉਹਨਾਂ ਨੂੰ ਜਾ ਕੇ ਬਹੁਤ ਟੌਰਚਰ ਕੀਤਾ, ਜਿਨ੍ਹਾਂ ਨੇ ਸਾਊਥ ਦੀਆਂ 4 ਜ਼ਮਾਨਾਂ ਦੇ ਦਲਿਤ ਲਿਟਰੇਚਰ ਉੱਤੇ 2 ਬਹੁਤ ਵੱਡੀਆਂ ਐਂਥੋਲੋਜੀਜ਼ ਕੰਪਾਈਲ ਕੀਤੀਆਂ ਨੇ, ਅੰਗਰੇਜ਼ੀ 'ਚ ਟਰਾਂਸਲੇਟ ਕਰ ਕਰਕੇ ਬਹੁਤ ਮਿਹਨਤ ਦਾ ਕੰਮ ਕੀਤਾ ਹੋਇਆ ਉਹਨਾਂ ਨੇ। ਔਰ ਉਹ ਲੈਫਟ ਸੋਚਦੇ ਹੈ, ਬਟ ਦਲਿਤ ਦੇ ਉੱਤੇ ਔਰ ਅੰਬੇਡਕਰ ਦੇ ਉੱਤੇ ਬਹੁਤ ਜ਼ਿਆਦਾ ਉਹਨਾਂ ਨੇ ਕੰਮ ਕੀਤਾ। ਆਨੰਦ ਤੇਲ ਤੁੰਬੜੇ ਹੋਰਾਂ ਨੂੰ ਟੌਰਚਰ ਕੀਤਾ ਗਿਆ। ਅੱਜ ਜੇ ਡਾਕਟਰ ਅੰਬੇਡਕਰ ਦੇ ਉੱਤੇ ਕੋਈ ਲੀਕ ਖਿੱਚ ਕੇ, ਜਿਹਨੂੰ ਆਪਾਂ ਪੰਜਾਬੀ ਵਾਲੇ ਕਹਿੰਦੇ ਹੁੰਦੇ ਆ, ਲਿਖਣ ਵਾਲਾ ਹੈ, ਆਲੋਚਨਾਤਮਕ, ਈਵਨ ਉਹਨਾਂ ਨੇ ਕ੍ਰਿਟਿਸਿਜ਼ਮ ਕੀਤਾ ਕੋਰੇਗਾਂਵ ਵਾਲੀ ਘਟਨਾ ਦੇ ਬਾਰੇ 'ਚ ਲਿਖਦਿਆਂ ਉਹਨਾਂ ਨੇ ਕਿਹਾ ਕਿ ਕੋਰੇਗਾਂਵ ਵਿੱਚ ਜਿਹੜੀ ਵਰਲਡ ਵਾਰ ਦੇ ਵੇਲੇ ਲੜਾਈ ਹੋਈ ਆਇਆ ਉਹ ਪੇਸ਼ਵਾ ਦੀਆਂ ਸੈਨਾਵਾਂ ਨਾਲ ਹੋਈ ਆ, ਔਰ ਉੱਧਰੋਂ ਮਹਾਰ ਰੈਜੀਮੈਂਟ ਸੀਗੇ, ਦੇ ਆਲ ਆਰ ਅਨਟੱਚੇਬਲ। ਉਹਨਾਂ ਨਾਲ ਉਸ ਵੇਲੇ ਬੜਾ ਵਿਤਕਰਾ ਹੁੰਦਾ ਸੀਗਾ ਔਰ ਮਹਾਰਾਂ ਨੇ ਜਿੱਤ ਹਾਸਲ ਕੀਤੀ ਮਰਾਠਿਆਂ ਦੇ ਉੱਤੇ। ਬਟ ਇਸ ਗੱਲ ਨੂੰ ਵੀ ਸਾਨੂੰ ਯਾਦ ਰੱਖਣਾ ਚਾਹੀਦਾ ਆ, ਔਰ ਡਾਕਟਰ ਅੰਬੇਡਕਰ ਨੂੰ ਵੀ ਯਾਦ ਰੱਖਣਾ ਚਾਹੀਦਾ ਸੀ ਕਿ ਮਹਾਰਾਂ ਵੱਲੋਂ ਨਹੀਂ, ਅੰਗਰੇਜ਼ਾਂ ਵੱਲੋਂ ਲੜ ਰਹੇ ਸੀ। ਇਹ ਆਨੰਦ ਤੇਲ ਤੁੰਬੜੇ ਹੀ ਕਹਿ ਸਕਦਾ, ਮਤਲਬ ਅੰਬੇਡਕਰ ਦੇ ਸਾਹਮਣੇ ਕੁਐਸਚਨ ਪੈਦਾ ਕਰ ਸਕਦਾ, ਔਰ ਉਹਨੂੰ ਵੀ ਬਹੁਤ ਟੌਰਚਰ ਕੀਤਾ। ਉਸ ਤੋਂ ਬਾਅਦ ਲਖਨਊ ਹਾਈ ਕੋਰਟ ਦੇ ਹਵਾਲੇ ਦੇ ਨਾਲ ਮਿਨਿਸਟਰੀ ਆਫ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਇੱਕ ਹਦਾਇਤ ਜੀ ਭੇਜਦੀ ਹੈ, ਹਦਾਇਤ ਦੇ ਨਾਮ ਦੇ ਉੱਤੇ ਆਰਡਰ ਭੇਜਦੀ ਹੈ ਨਿੱਜੀ ਚੈਨਲਾਂ ਨੂੰ ਔਰ ਨਿੱਜੀ ਅਖਬਾਰਾਂ ਨੂੰ ਕਿ ਦਲਿਤ ਸ਼ਬਦ ਦਾ, ਸ਼ੈਡਿਊਲਡ ਕਾਸਟ ਦੇ ਵਾਸਤੇ ਦਲਿਤ ਸ਼ਬਦ ਦਾ ਇਸਤੇਮਾਲ ਨਾ ਕੀਤਾ ਜਾਵੇ। ਹਰੀਜਨ ਕਹਿ ਸਕਦੇ ਤੁਸੀਂ? ਯੈਸ, ਹਰੀਜਨ ਕਹਿ ਸਕਦੇ ਹਾਂ। ਮਤਲਬ ਹੂ ਦੇ ਆਰ ਟੂ ਡਿਸਾਈਡ। ਕਿਉਂਕਿ ਦਲਿਤ ਸ਼ਬਦ ਹੁਣ ਕੱਲਾ ਸ਼ੈਡਿਊਲਡ ਕਾਸਟ ਦਾ ਨਹੀਂ ਆ। ਦਲਿਤ ਸ਼ਬਦ ਦੇ ਮੈਨੇ ਇੰਨੇ ਬ੍ਰੌਡ, ਇੰਨੇ ਵਾਸਟ, ਇੱਕ ਵਿਦਰੋਹ ਦਾ ਝਲਕਾਰਾ ਹੈ, ਇੱਕ ਬਹੁਤ ਸਾਰੀਆਂ ਕਮਿਊਨਿਟੀਜ਼ ਦਾ, ਸਬ ਕਮਿਊਨਿਟੀਜ਼ ਦਾ ਉਹ ਅੰਬਰੇਲਾ ਹੈ। ਉਸ ਅੰਬਰੇਲੇ ਦੇ ਥੱਲੇ, ਛਤਰੀ ਦੇ ਹੇਠਾਂ ਉਹ ਸਾਰੀਆਂ ਕਮਿਊਨਿਟੀਆਂ ਦੀ ਯੂਨਿਟੀ ਜਿਹੜੀ ਹੈ ਉਹ ਡਰਾਉਂਦੀ ਹੈ। ਸੋ ਉਹ ਇੱਕ ਕਿਸਮ ਦਾ ਜਿਵੇਂ ਬੈਨ ਕਰ ਦਿੱਤਾ ਹੁੰਦਾ ਉਹ ਸ਼ਬਦ। ਔਰ ਨਿੱਜੀ ਚੈਨਲ, ਕਿਉਂਕਿ ਇਹਨਾਂ ਦੇ ਕਾਰਪੋਰੇਟ ਘਰਾਣਿਆਂ ਦੇ ਨੇ, ਉਹਨਾਂ ਨੇ ਇੱਕਦਮ ਦਲਿਤ ਸ਼ਬਦ ਹੀ ਗਾਇਬ ਹੋ ਜਾਂਦਾ।
ਔਰ ਜੇ ਮੈਂ ਸੱਤਿਆਨਾਰਾਇਣ ਦੇ ਹਵਾਲੇ ਦੇ ਨਾਲ ਹੀ ਗੱਲ ਕਰਾਂ ਤਾਂ ਉਹ ਕਹਿੰਦੇ ਕਿ ਤੁਸੀਂ RSS ਦੀਆਂ ਜਿੰਨੀਆਂ ਮਰਜ਼ੀ ਲਿਖਤਾਂ ਪੜ੍ਹ ਲਓ, ਫਰੰਟ ਲਾਈਨ ਪੜ੍ਹ ਲਓ, ਪੰਜ ਜੰਨੇ ਪੜ੍ਹ ਲਓ, ਉਹਨਾਂ ਦੇ ਵਿੱਚ ਉਹ ਦਲਿਤ ਸ਼ਬਦ ਦਾ ਇਸਤੇਮਾਲ ਕਰਦੇ ਹੀ ਨਹੀਂ। ਉਹ ਮਤਲਬ ਇਹ ਵੀ ਉੱਥੇ ਸਾਊਥ ਦੇ ਵਿੱਚ ਬਹੁਤ ਜ਼ਿਆਦਾ ਵਿਵਾਦ ਦਾ ਵਿਸ਼ਾ ਰਿਹਾ ਕਿ ਜਿਹੜੇ ਸਾਡੇ ਸੇਂਟ ਸੀਗੇ ਉਹਨਾਂ ਦੇ ਨਾਲ ਉਹਨਾਂ ਨੇ ਅਨਟੱਚੇਬਲ ਲਿਖਿਆ, ਅਛੂਤ ਤੱਕ ਲਿਖ ਦਿੱਤਾ। RSS ਵੱਲੋਂ ਸਮਾਗਮ ਕਰਵਾਏ ਗਏ, ਸੇਂਟ ਤੇ ਸੰਤ ਨਹੀਂ ਲਿਖਿਆ, ਅਛੂਤ। ਔਰ ਉਹ ਇਹ ਜਿਹੜੀ ਇਹ ਆਈਡੀਓਲੋਜੀਕਲ ਉਹਨਾਂ ਦੀ ਜਿਹੜੀ ਸ਼ੇਪਿੰਗ ਹੈ ਮਾਈਂਡ ਦੀ, ਔਰ ਜਿਹੜੀ ਉਹ ਇੰਡੀਅਨ ਮਾਈਂਡ ਨੂੰ ਇਸ ਤਰੀਕੇ ਦੇ ਨਾਲ ਫਿਰ ਅਰਬਨ ਨਕਸਲ ਮਤਲਬ how they decide this urban ਨਕਸਲ। ਮਿਡਲ ਕਲਾਸੀ ਬੰਦਾ ਜਿਹੜਾ ਵੀ ਸ਼ਹਿਰ 'ਚ ਕਸਬੇ 'ਚ ਬੈਠਾ ਕੋਈ ਲਿਖ ਰਿਹਾ ਹੈ, ਜੇ ਸਰਕਾਰ ਦੇ ਵਿਰੋਧ 'ਚ ਲਿਖ ਰਿਹਾ ਹੈ, ਜੇ ਇਹਨਾਂ ਦੀਆਂ ਪਾਲਿਸੀਜ਼ ਦੇ ਵਿਰੋਧ 'ਚ ਲਿਖ ਰਿਹਾ ਹੈ, ਯਾਰ ਇਹਨਾਂ ਨੇ ਕੀ ਨਹੀਂ ਕੀਤਾ, ਡੀਮੋਨੇਟਾਈਜੇਸ਼ਨ ਦਾ ਅਜੇ ਤੱਕ ਰਿਜ਼ਲਟ ਔਰ ਪਤਾ ਨਹੀਂ ਕਦੋਂ ਲੱਕ ਤੋੜ ਕੇ ਰੱਖ ਦਿੱਤਾ ਦੇਸ਼ ਦੀ ਇਕਨੋਮੀ ਦਾ, ਔਰ ਕਿੰਨਾ ਦੂਰ ਰਸ ਸਿੱਟੇ ਉਹਦੇ ਨਿਕਲਣੇ ਨੇ। GST ਲਾਗੂ ਕੀਤੀ ਹੈ ਕਿ ਉਹ 99.30% ਜਿਹੜੀ ਆ ਉਹ ਰਕਮ ਹੈ ਉਹ ਵਾਪਸ ਆ ਗਈ ਆ। that is ਕੀ ਕਹੋਗੇ ਇਹਨੂੰ ਜੀ। ਔਰ ਜਿਸ ਤਰੀਕੇ ਦੇ ਨਾਲ ਐਕਸਪੈਰੀਮੈਂਟਸ ਕਰਦੀ ਆ, ਔਰ ਈਵਨ ਸਰਕਾਰ ਐਕਸਪੈਰੀਮੈਂਟ ਕਰ ਰਹੀ ਆ। ਪੁਣੇ ਪੁਲਿਸ ਦੇ ਥਰੂ ਕੋਰੇਗਾਂਵ ਵਾਲਾ ਐਕਸਪੈਰੀਮੈਂਟ ਆ, ਉਹ ਡਰਾਉਣਾ ਆ, ਤੁਹਾਨੂੰ ਖੌਫਜ਼ਦਾ ਕਰਨਾ ਆ। ਯਾਰ ਸਰਕਾਰਾਂ ਨੇ ਇੰਨਾ ਬਹੁਤ ਸਾਰੀਆਂ ਸਰਕਾਰਾਂ ਨੇ ਦਮਨ ਕੀਤੇ, ਐਮਰਜੈਂਸੀ ਵੀ ਲੱਗੀ ਇੱਥੇ। ਮਨਮੋਹਨ ਸਰਕਾਰ ਦੇ ਵੇਲੇ ਮਨਮੋਹਨ ਸਿੰਘ ਹੋਰਾਂ ਨੇ ਖੁਦ ਕਿਹਾ ਕਿ ਜਿਹੜਾ ਰੈੱਡ ਜਿਹੜੇ ਮਾਇਸਟ ਨੇ ਉਹ ਇਸ ਵੇਲੇ ਦੇਸ਼ ਦੇ ਸਾਹਮਣੇ ਸਭ ਤੋਂ ਵੱਡਾ ਖਤਰਾ ਬਣੇ ਹੋਏ ਨੇ। ਨੋ ਡਾਊਟ ਉਹਨਾਂ ਨੇ ਸਾਰਿਆਂ ਨੇ ਕਿਹਾ, ਬਟ ਇੰਨਾ ਖੌਫ ਪੈਦਾ ਕਰਨਾ ਔਰ ਮੀਡੀਆ ਦੇ ਥਰੂ, ਮਤਲਬ ਤੁਸੀਂ ਦੇਖੋ ਚੈਨਲ ਨੇ ਮਤਲਬ ਅਰਬਨ ਨਕਸਲ, ਅਰਬਨ ਨਕਸਲ, ਅਰਬਨ ਨਕਸਲ, ਅਰਬਨ ਨਕਸਲ, ਅਰਬਨ ਨਕਸਲ। ਯਾਰ ਵੈਸੇ ਹੀ ਡਰ ਜਾਂਦਾ ਬੰਦਾ ਸਿੱਧੇ ਤੌਰ ਤੇ। ਜਿਹੜੇ ਆ ਇਸ ਸਮੇਂ ਜਿਹੜੀ ਆਈਡੀਓਲੋਜੀ ਕੰਮ ਕਰਦੀ ਪਈ ਆ, ਜਿਹੜੀ ਵਿਚਾਰਧਾਰਾ ਕੰਮ ਕਰਦੀ ਪਈ ਆ, ਉਹ ਕਈ ਪਹਿਲੂਆਂ ਤੇ ਕਈ ਰਸਤਿਆਂ ਥਾਣੀ ਹੋ ਕੇ ਆਪਣਾ ਇੱਕ ਵੱਖਰਾ ਤੇ ਪੱਕਾ ਰਾਹ ਬਣਾਉਣ ਦੀ ਫਿਰਾਕ ਦੇ ਵਿੱਚ ਹੈ। ਉਹ ਜੇ ਕੋਈ ਇਸ ਸਮਾਜ ਦੇ ਵਿੱਚ ਘੱਟ ਗਿਣਤੀ ਵਰਗ ਦੇ ਵੱਲੋਂ ਗੱਲ ਕਰਦਾ ਹੈ ਤੇ ਉਹਨੂੰ ਪਾਕਿਸਤਾਨੀ ਜਾਂ ਮੁਸਲਿਮ ਅੱਤਵਾਦ ਦਾ ਨਾਮ ਦੇ ਦਿੱਤਾ ਜਾਂਦਾ ਹੈ, ਜਾਂ ਖਾਲਿਸਤਾਨੀ ਕਹਿ ਦਿੱਤਾ ਜਾਂਦਾ ਹੈ, ਜਾਂ ਖੱਬੇ ਪੱਖੀ ਵਿਚਾਰਧਾਰਾ ਵਾਲਿਆਂ ਨੂੰ ਸ਼ਹਿਰੀ ਨਕਸਲੀ ਜਾਂ ਫਿਰ ਜੰਗਲੀ ਨਕਸਲੀ ਤੱਕ ਦਾ ਨਾਮ ਜਿਹੜਾ ਉਹ ਦਿੱਤਾ ਜਾਂਦਾ। ਸੋ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਵੱਖਰੀਆਂ ਵੱਖਰੀਆਂ ਹੋ ਕੇ ਮਨਸ਼ੇ ਇੱਕੋ ਹੀ ਹੋਣ ਦੇ ਵੱਲ ਦੱਸ ਪਾਉਂਦੀਆਂ ਨੇ। ਪਰ ਰਾਕੇਸ਼ ਆਨੰਦ ਜੀ, ਮੈਨੂੰ ਇੰਜ ਵੀ ਲੱਗਦਾ ਹੈ ਕਿ ਇਸ ਸਮੇਂ ਜੇ ਬੰਦ ਦਾ ਸੱਦਾ ਦਿੱਤਾ ਗਿਆ ਉੱਚ ਜਾਤੀਆਂ ਦੇ ਵੱਲੋਂ, ਜੇ ਹਿੰਦੂ ਨੂੰ ਖੜਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਭਾਈ ਤੁਸੀਂ ਇਹਦੇ ਖਿਲਾਫ ਖੜੇ ਹੋਵੋ, ਤੇ ਲੱਗਦਾ ਨਹੀਂ ਹੈ ਕਿ ਕਿਤੇ ਨਾ ਕਿਤੇ ਭਾਰਤੀ ਜਨਤਾ ਪਾਰਟੀ ਜਿਹੜੀ ਕੇਂਦਰ ਦੇ ਵਿੱਚ ਬੈਠੀ ਹੈ, ਜਿਹੜੀ ਕਹਿੰਦੀ ਹੈ ਕਿ ਹਿੰਦੂ ਵੋਟ ਬੈਂਕ ਦੇ ਉੱਤੇ ਸਾਡਾ ਕਬਜ਼ਾ ਆ, ਸਾਡੇ ਹਿੱਸੇ ਆਉਣੀਆਂ, ਅਸੀਂ ਹਿੰਦੂਆਂ ਦੀ ਪਾਰਟੀਆਂ। ਕਿਉਂਕਿ ਰਾਹੁਲ ਗਾਂਧੀ ਨੇ ਵੀ ਹਿੰਦੂ ਵੋਟ ਬੈਂਕ ਦੇ ਵਿੱਚ ਘੁਸਪੈਠ ਕਰਨੀ ਸ਼ੁਰੂ ਕਰ ਦਿੱਤੀ ਹੈ। ਮੰਦਰਾਂ 'ਚ ਉਹਨਾਂ ਨੇ ਵੀ ਜਾਣਾ ਸ਼ੁਰੂ ਕਰ ਦਿੱਤਾ, ਸ਼ਿਵ ਭਗਤ ਆਪਣੇ ਆਪ ਨੂੰ ਉਹਨਾਂ ਨੇ ਵੀ ਸਾਬਤ ਕਰਨਾ ਸ਼ੁਰੂ ਕਰ ਦਿੱਤਾ, ਟਿੱਕੇ ਉਹਨਾਂ ਨੇ ਵੀ ਲਾਉਣੇ ਸ਼ੁਰੂ ਕਰ ਦਿੱਤੇ, ਯਾਤਰਾਵਾਂ ਉਹਨਾਂ ਨੇ ਵੀ ਸ਼ੁਰੂ ਕਰ ਦਿੱਤੀਆਂ ਨੇ। ਇਸ ਕਰਕੇ ਲੱਗਦਾ BJP ਨੂੰ ਕਿ ਹੁਣ ਉਹ ਵੀ ਵੋਟ ਬੈਂਕ ਕਿਤੇ ਵੰਡਿਆ ਨਾ ਜਾਵੇ ਤੇ ਮੁਸ਼ਕਲ ਨਾ ਖੜੀ ਹੋ ਜਾਵੇ। ਉਹ ਨੀਚ ਜਸਵੀਰ, ਅਸਲ ਦੇ ਵਿੱਚ ਜਿਹੜਾ ਅੱਜ ਦਾ ਬੰਦ ਆ, ਇਹ ਵੀ ਮੈਨੂੰ ਇੱਕ ਐਕਸਪੈਰੀਮੈਂਟ ਹੀ ਲੱਗਦਾ ਹੈ ਸਟੇਟ ਸਪਾਂਸਰਡ ਹੀ ਹੈ। ਪਰ ਇਹਦੇ ਵਿੱਚ ਇਹ ਸਟੇਟ ਸਪਾਂਸਰਡ ਜਾਂ ਸੈਂਟਰ ਸਪਾਂਸਰਡ? ਹਾਂ, ਸਟੇਟ ਜਦੋਂ ਅਸੀਂ ਸਟੇਟ ਯੂਜ਼ ਕਰਦੇ ਹਾਂ ਜਸਵੀਰ, ਤਾਂ ਇਹ ਪੂਰਾ ਦੇਸ਼ ਸਟੇਟ, ਮੈਂ ਉਹਨੂੰ ਯੂਜ਼ ਕਰਾਂਗਾ, ਇਹ ਸੂਬਾ ਨਹੀਂ ਹੈ। ਸਟੇਟ ਸਪਾਂਸਰਡ ਮਤਲਬ ਇਹ ਸਰਕਾਰ ਸਪਾਂਸਰਡ ਹੈ ਸੈਂਟਰ ਦੀ। ਹਾਂ, ਹੁਣ ਇਹ ਜਿਹੜਾ ਸਟੇਟ ਸਪਾਂਸਰਡ ਕਿਸ ਤਰ੍ਹਾਂ ਲੱਗ ਰਿਹਾ ਯਾਰ ਜਸਵੀਰ, ਤੇ ਇਹ ਹੁਣ ਐਕਸਪੈਰੀਮੈਂਟ ਇਹ ਆ ਕਿ ਜੇ 2 ਅਪ੍ਰੈਲ ਨੂੰ ਇਸ ਤਰੀਕੇ ਨਾਲ ਚੱਲਦਾ ਹੈ, ਉਸ ਤੋਂ ਬਾਅਦ ਇਹਨਾਂ 10 ਅਪ੍ਰੈਲ ਨੂੰ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਹੁਣ ਇਹ ਆਪਣੇ ਪਾਰ ਤੋਲਣ ਦੇ ਕੀ ਅਸਲ 'ਚ ਪੋਲਰਾਈਜ਼ ਇੰਨਾ ਹੋਇਆ ਨਹੀਂ ਹੋਇਆ। ਪਰ ਜਸਵੀਰ, ਅੱਜ ਦਾ ਜਿਹੜਾ ਐਜ਼ ਅ ਜਰਨਲਿਸਟ ਜਸਵੀਰ, ਆਪਾਂ ਕਿਸੇ ਤੇ ਨਾ ਖੜੇ ਨਹੀਂ ਰਹਿ ਸਕਦੇ, ਆਪਾਂ ਸੈਕੂਲਰ ਹੋ ਕੇ ਗੱਲ ਕਰਨੀ ਆ, ਨਿਰਪੱਖ ਹੋ ਕੇ ਗੱਲ ਕਰਨੀ ਆ। ਤਾਂ ਅੱਜ ਦਾ ਜਿਹੜਾ ਬੰਦ ਦਾ ਸੱਦਾ ਸੀ ਜਸਵੀਰ, ਟੋਟਲੀ ਫਲॉप ਸੀ ਔਰ ਲੋਕਾਂ ਨੇ ਸਾਥ ਨਹੀਂ ਦਿੱਤਾ। ਕੁਝ ਗਿਣਤੀ ਦੇ ਲੋਕ ਸਨ ਜਿਹੜੇ ਰੈਡੀਕਲ ਸਨ, ਜਾਂ ਜਿਨ੍ਹਾਂ ਦੀ ਕੁਝ ਸੋਚ ਸੀ ਕਿ ਹਾਂ ਮਤ ਭੇਦ ਵਾਲੀ, ਉੱਚੇ ਨੀਵੇਂ ਵਾਲੀ, ਉਹਨਾਂ ਨੇ। ਪਰ ਤੁਸੀਂ ਇੱਕ ਗੱਲ ਦੇਖੀ ਹੋਣੀ ਆ, ਤੁਸੀਂ ਅੱਜ ਦਾ ਸੋਸ਼ਲ ਮੀਡੀਆ ਨੂੰ ਕੱਲ੍ਹ ਦਾ ਵੀ ਦੇਖੋ ਖੋਲ ਕੇ, ਰਿਜ਼ਰਵੇਸ਼ਨ ਦੇ ਖਿਲਾਫ ਔਰ ਈਵਨ ਸਟੂਡੈਂਟਸ ਦੇ ਇਹਦੀ ਫੀਸ ਇੰਨੀ, ਉਹਦੀ ਇੰਨੀ, ਫਿਰ ਉਹ EMPLOYEES ਦੀ ਪ੍ਰਮੋਸ਼ਨਸ ਦੀ ਗੱਲ, ਜਦ ਕਿ ਸਾਨੂੰ ਪਤਾ ਆ, ਮੈਂ ਐਜੂਕੇਸ਼ਨ ਬੀਟ ਦੇਖਦਾ ਆ, ਮੈਨੂੰ ਪਤਾ ਆ ਕਿ ਕਿੰਨੇ ਕੁ ਸਟੂਡੈਂਟਸ ਦੀ ਫੀਸ ਮਾਫ ਹੋ ਰਹੀ ਹੈ ਔਰ ਕਿੰਨੇ ਕੁ ਜਿਹੜੇ EMPLOYEES ਨੇ ਉਹਨਾਂ ਨੂੰ ਪ੍ਰਮੋਸ਼ਨਸ ਹੋ ਰਹੀ ਹੈ। ਇਹ ਸਾਰਾ ਇੱਕ ਬੰਨੇ ਰੱਖਿਆ ਹੋਇਆ ਹੈ।
ਤੁਸੀਂ ਗੱਲ ਇਦਾਂ ਆ ਕਿ ਜਦੋਂ ਤੁਸੀਂ ਆ ਖਬਰ ਦੇ ਸ਼ੁਰੂਆਤ ਦੇ ਵਿੱਚ ਜਦੋਂ ਕਹਿ ਰਹੇ ਸੀ ਨਾ ਕਿ 4 ਵਰਨ ਨੇ, ਤਾਂ ਜਿਸ ਵਿੱਚ ਜਿਹੜੇ ਉੱਪਰ ਵਾਲੇ 3 ਵਰਨ ਨੇ ਨਾ ਉਹ ਇਕੱਠੇ ਹੋਏ ਪਏ ਨੇ ਇਸ ਵੇਲੇ। ਉੱਪਰ ਵਾਲੇ 3 ਨੇ, ਔਰ ਭਾਰਤ ਦੀ ਸਮੱਸਿਆ ਇਹ ਆ ਕਿ ਜਿਹੜਾ ਚੌਥਾ ਵਰਨ ਆ ਜਿਹਨੂੰ ਇਹਨਾਂ ਨੇ ਸ਼ੂਦਰ ਕਹਿ ਦਿੱਤਾ ਧਾਰਮਿਕ ਗ੍ਰੰਥਾਂ ਦੇ ਵਿੱਚ, ਉਹ ਅਸਲ ਦੇ ਵਿੱਚ ਉਹ ਆਰਟਿਸਟਨ ਲੋਕ ਨੇ, ਉਹ ਦਸਤਕਾਰ ਲੋਕ ਸੀ। ਔਰ ਤੁਸੀਂ ਦੇਖੋ ਉਹ ਧਾਰਮਿਕ ਔਰ ਸਮਾਜਿਕ ਵੰਡ ਹੀ ਸੀ ਕਿ ਅੱਜ ਦੇ ਸਮੇਂ ਵੀ ਉਹ ਜਿਹੜੇ ਦਸਤਕਾਰ ਲੋਕ ਨੇ ਉਹ ਹੈਂਡ ਟੂ ਮਾਊਥ ਨੇ, ਉਹਨਾਂ ਦੀ ਰੋਟੀ ਕਮਾਉਣੀ ਵੀ ਔਖੀ ਹੋਈ ਪਈ ਹੈ। ਜਿਹੜਾ ਉੱਪਰਲਾ ਵਰਗ ਆ ਉਹ ਵੀ ਇੰਜੋਏ ਕਰ ਰਿਹਾ ਆ, ਜਿਹੜਾ ਸੈਕੰਡ ਵਰਗ ਆ ਉਹ ਵੀ ਇੰਜੋਏ ਕਰ ਰਿਹਾ, ਜਿਹੜਾ ਤੀਸਰਾ ਆ ਚਾਹੇ ਬ੍ਰਾਹਮਣ ਖੱਤਰੀ ਵੈਸ਼ ਦੀ ਗੱਲ ਕਰਦੇ ਆ ਤੇ ਉਹ ਸਾਧਨ ਸੰਪੰਨ ਨੇ। ਤਾਂ ਉਹ ਇਹ ਇਸੇ ਦੇ ਵਿੱਚੋਂ ਹੀ ਉਹ ਜਿਹੜੀ ਆਰਥਿਕਤਾ ਦੇ ਉੱਪਰ ਰੈਜੂਲੇਸ਼ਨ ਦੀ ਗੱਲ ਕਰ ਰਹੇ ਨੇ। ਪਰ ਤਸਵੀਰ ਇੱਕ ਮੁੱਠੀ ਭਰ ਲੋਕ ਨੇ ਇਹਨਾਂ ਦੇ ਉਸ ਗਰੁੱਪ ਵਰਗ ਦੇ ਜਿਹੜੇ ਆਰਥਿਕ ਤੌਰ ਤੇ ਥੋੜੇ ਪਿੱਛੇ ਨੇ। ਪਰ ਜਦੋਂ ਤਸਵੀਰ ਅਸੀਂ ਸੰਵਿਧਾਨ ਦੀ ਗੱਲ ਕਰਦੇ ਆ, ਜਦੋਂ ਅਸੀਂ ਆਪਣੇ ਸਮਾਜਿਕ ਦਾਇਰੇ ਦੀ ਗੱਲ ਕਰਦੇ ਆ, ਤਾਂ ਉਦੋਂ ਆਰਥਿਕਤਾ ਇੱਕ ਸਾਈਡ ਤੇ ਰਹਿ ਜਾਂਦੀ ਆ। ਤੁਸੀਂ ਜੇ ਸਟੱਡੀ ਕਰੋ, ਸਮਾਜ ਦਾ ਅਧਿਐਨ ਕਰੋ, ਤਾਂ ਇੱਕ ਦਲਿਤ ਵਰਗ ਦਾ IAS ਆਫੀਸਰ ਜਿਹੜਾ ਆ ਉਹਨੂੰ ਵੀ ਸਮਾਜਿਕ ਤੌਰ ਦੇ ਉੱਪਰ ਉਸ ਨਜ਼ਰ ਨਾਲ ਨਹੀਂ ਦੇਖਿਆ ਜਾਂਦਾ ਜਿਸ ਨਜ਼ਰ ਨਾਲ ਇੱਕ ਉੱਚ ਵਰਗ ਦੇ ਪੀਅਰ ਨੂੰ ਦੀ ਜਿਹੜੀ ਹੈਗੀ ਆ ਜੀ। ਔਰ ਮੈਂ ਇਸ ਤਰ੍ਹਾਂ ਦੇ ਬਹੁਤ ਸਾਰੇ ਆਪਾਂ ਕੋਲ ਐਗਜ਼ਾਮਪਲਸ ਨੇ ਬਈ IAS ਕਲੀਅਰ ਕਰਕੇ ਵੀ ਲੋਕਾਂ ਨੇ ਜੋਬ ਛੱਡ ਕੇ ਤੇ ਅੰਦੋਲਨ ਵਿੱਚ ਆ ਗਏ ਨੇ ਕਿ ਅਸੀਂ ਬਰਾਬਰਤਾ ਦੀ ਗੱਲ ਕਰਨੀ ਆ। ਔਰ ਜਦੋਂ ਬਰਾਬਰਤਾ ਦੀ ਜਿਸ ਗੱਲ ਕਰ ਰਹੇ ਨੇ, ਪਰ ਹੁਣ ਜੇ ਅਸੀਂ ਕੋਈ ਵੀ ਸੰਸਥਾ ਜਿਹੜੀ ਕਹਿ ਰਹੀ ਹੈ ਵੀ ਆਰਕਸ਼ਣ ਜਿਹੜਾ ਆ ਜਾਂ ਇਹ ਜਿਹੜੀਆਂ ਸੁਵਿਧਾਵਾਂ ਨੇ ਉਹ ਆਰਥਿਕ ਪੱਧਰ ਤੇ ਹੋਣ, ਪਰ ਉਹਨਾਂ ਹੀ ਸੰਸਥਾਵਾਂ ਵਿੱਚ ਕੀ ਹਰ ਕਾਸਟ ਦਾ ਬੰਦਾ ਜਾ ਸਕਦਾ? ਨੋ। ਜੇ ਉਹ ਬ੍ਰਾਹਮਣ ਸਭਾ ਤੋਂ ਉੱਥੇ ਬ੍ਰਾਹਮਣ ਹੀ ਜਾਏਗਾ, ਜੇ ਮਹਾਜਨ ਸਭਾ ਤੋਂ ਉਹਦਾ ਮੈਂਬਰ ਮਹਾਜਨ ਹੀ ਬਣੇਗਾ, ਜੇ ਵੈਸ਼ੀ ਕੋਈ ਸਭਾ ਆ ਜਾਂ ਕੋਈ ਵੀ ਸਭਾ ਆ ਤੇ ਉਸ ਵਿਸ਼ੇਸ਼ ਜਾਤੀ ਨਾਲ ਬਿਲਕੁਲ ਇਹ ਸਭਾਵਾਂ ਜਿਹੜੀਆਂ ਕਿਸੇ ਸਮੁਦਾਇ ਲਈ ਕੰਮ ਘੱਟ ਕਰਦੀਆਂ ਨਜ਼ਰ ਆਉਂਦੀਆਂ ਤੇ ਸਮਾਜ ਦੇ ਵਿੱਚ ਵੰਡੀਆਂ ਪਾਉਂਦੀਆਂ ਕੁਝ ਜ਼ਿਆਦਾ ਨਜ਼ਰ ਆਉਂਦੀਆਂ ਨੇ। ਇਹਨਾਂ ਸਭਾਵਾਂ ਦੇ ਜਿਹੜੇ ਮੈਥਡ ਨੇ ਕੰਮ ਕਰਨ ਦੇ ਜਾਂ ਨਤੀਜੇ ਜਿਹੜੇ ਨਿਕਲ ਕੇ ਆਉਂਦੇ ਉਹ ਸਪਸ਼ਟ ਦੱਸਦੇ ਨੇ ਕਿ ਉਸ ਸੁਸਾਇਟੀ ਉਸ ਸਮਾਜ ਲਈ ਕੰਮ ਜਿਹੜਾ ਬਹੁਤ ਘੱਟ ਕੀਤਾ ਜਾਂਦਾ, ਬਲਕਿ ਉਸ ਸਮਾਜ ਦੇ ਵਿੱਚ ਵਖਰੇਵੇਂ ਵਾਲੀ ਸੋਚ ਜਿਹੜੀ ਹੈ ਕੁਝ ਜ਼ਿਆਦਾ ਭਰੀ ਜਾਂਦੀ ਹੈ। ਪਰ ਆਨੰਦ ਸਾਹਿਬ, ਮੈਂ ਇੱਕ ਨੁਕਤਾ ਇੱਕ ਵਾਰ ਫਿਰ ਇਹੀ ਦੁਹਰਾਉਣਾ ਚਾਹੁੰਦਾ ਹਾਂ, ਉਹੀ ਸਵਾਲ ਮੇਰਾ ਜਿਹੜਾ ਪਹਿਲਾਂ ਸੀਗਾ ਕਿ ਕੀ ਇਹ ਪਾਰਟੀਆਂ ਸਿਆਸੀ ਪਾਰਟੀਆਂ ਨੇ, ਕਿਉਂਕਿ ਅਸੀਂ ਸਿੱਧੇ ਰੂਪ ਦੇ ਵਿੱਚ ਇਹ ਵੀ ਕਹਿੰਦੇ ਆ ਕਿ ਸਟੇਟ ਸਪਾਂਸਰਡ, ਜਿਵੇਂ ਤੁਸੀਂ ਗੱਲ ਕੀਤੀ ਇਹ ਸਾਰਾ ਪ੍ਰੋਟੈਸਟ ਜਿਹੜਾ ਸੀਗਾ, ਕੀ ਕੋਈ ਸੰਵਿਧਾਨਕ ਤੌਰ ਤੇ ਪਾਰਟੀ ਭਾਵੇਂ ਸਿੱਧੇ ਤੌਰ ਤੇ ਭਾਵੇਂ ਅਸਿੱਧੇ ਤੌਰ ਤੇ ਕਿਸੇ ਖਾਸ ਸਮੁਦਾਇ ਕਿਸੇ ਖਾਸ ਧਰਮ ਦੇ ਨਾਲ ਆਪਣੇ ਆਪ ਨੂੰ ਜੋੜ ਕੇ ਕਹਿ ਸਕਦੀ ਹੈ ਕਿ ਮੈਂ ਇਹਦੀ ਹੀ ਰਾਖੀ ਕਰਨੀ ਹੈ? ਨੋ ਜਸਵੀਰ, ਜਿਹੜਾ ਸੰਵਿਧਾਨ ਆ ਉਹ ਇੰਡੀਅਨ ਸਟੇਟ ਨੂੰ, ਭਾਰਤ ਨੂੰ ਸੈਕੂਲਰ, ਜਿਸ ਅਸਲ ਤੇ ਨਾ ਭਾਰਤ ਦੇ ਵਿੱਚ ਸੈਕੂਲਰ ਸ਼ਬਦ ਦੇ ਜਿੰਨੀ ਦੁਰਵਰਤੋਂ ਜਿੰਨੀ ਗਲਤ ਵਿਆਖਿਆ ਹੋਈ ਹੈ ਨਾ ਉਹ ਕਿਸੇ ਚੀਜ਼ ਦੀ ਨਹੀਂ ਹੋਈ। ਹੁਣ ਸੈਕੂਲਰ ਦਾ ਮਤਲਬ ਆ ਸਟੇਟ, ਦੇਸ਼, ਸਰਕਾਰ। ਉਹ ਕੀ ਹੈ? ਕਿਸੇ ਵੀ ਧਰਮ ਨੂੰ ਨਾ ਵਧਾਏਗੀ ਤੇ ਨਾ ਰੋਕੇਗੀ। ਧਰਮ ਨੂੰ, ਜਿਹੜਾ ਧਰਮ ਆ ਉਹ ਮਨੁੱਖ ਦਾ ਵਿਅਕਤੀਗਤ ਮੁੱਦਾ ਆ, ਵਿਅਕਤੀਗਤ ਮਸਲਾ ਆ। ਉਹ ਕਿਸੇ ਵੀ ਧਰਮ ਵਿੱਚ ਪੈਦਾ ਹੋ ਕੇ ਕਿਸੇ ਵੀ ਧਰਮ ਨੂੰ ਅਪਣਾ ਸਕਦਾ, ਆਪਣੇ ਧਰਮ ਨੂੰ ਫੈਲਾ ਸਕਦਾ ਹੈ, ਪਰ ਉਹ ਤੇ ਸ਼ਰਤ ਇਹ ਆ ਕਿ ਦੂਸਰੇ ਦੇ ਧਰਮ ਦਾ ਵਿੱਚ ਕੋਈ ਰਿਸਟ੍ਰਿਕਸ਼ਨ ਨਹੀਂ ਪਏਗੀ। ਪਰ ਅਸੀਂ ਕੀ ਦੇਖ ਰਹੇ ਹਾਂ? ਧਰਮ ਦੇ ਨਾਂ ਦੇ ਉੱਪਰ ਸੰਸਥਾਵਾਂ ਬਣਦੀਆਂ ਨੇ, ਧਰਮ ਦੇ ਨਾਂ ਦੇ ਉੱਪਰ ਸਰਾਵਾਂ ਬਣਦੀਆਂ ਨੇ, ਧਰਮ ਦੇ ਨਾਂ ਦੇ ਉੱਪਰ ਵਿਦਿਅਕ ਸੰਸਥਾਵਾਂ ਬਣਦੀਆਂ ਨੇ, ਧਰਮ ਦੇ ਨਾਂ ਦੇ ਉੱਪਰ ਹਸਪੀਟਲ ਬਣਦੇ ਨੇ, ਧਰਮ ਦੇ ਨਾਂ ਤੇ ਵੰਨ-ਸੁਵੰਨੀਆਂ ਜਿਹੜੇ ਇੰਸਟੀਟਿਊਸ਼ਨ ਸਟੈਂਡ ਹੁੰਦੇ ਨੇ ਔਰ ਸਰਕਾਰਾਂ ਉਹਨਾਂ ਨੂੰ ਫੰਡਿੰਗ ਕਰਦੀਆਂ ਨੇ। ਉਹ ਇਹ ਸੰਵਿਧਾਨ ਦੀ ਤਸਵੀਰ ਜਿਹੜੀ ਮੂਲ ਚੂਲ ਜਿਹੜੀ ਉਹਦੀ ਭਾਵਨਾ ਨਾ ਉਹਦੇ ਵਿਰੋਧ 'ਚ ਆ। ਔਰ ਅਸੀਂ ਜਦੋਂ ਦੇਖਦੇ ਹਾਂ, ਮਤਲਬ ਪੰਜਾਬ ਹੀ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ, ਤਾਂ ਇੱਕ ਖਾਸ ਧਰਮ ਸਟੇਟ ਉਹਨੂੰ ਇਸ ਤਰੀਕੇ ਨਾਲ ਪ੍ਰੋਤਸਾਹਿਤ ਕਰਦੀ ਆ, ਵੱਡੇ ਵੱਡੇ ਮੋਨੂਮੈਂਟਸ ਬਣਾ ਦਿੱਤੇ ਜਾਂਦੇ, ਅਰਬਾਂ ਰੁਪਈਆ ਜਿਹੜਾ ਖਰਚ ਕਰ ਦਿੱਤਾ ਜਾਂਦਾ ਆ, ਜਦ ਕਿ ਸਰਕਾਰ ਦਾ ਕੰਮ, ਸਟੇਟ ਦਾ ਕੰਮ ਧਾਰਮਿਕ ਸੰਸਥਾਵਾਂ ਨਾ ਬਣਾਉਣਾ ਹੈ ਤੇ ਨਾ ਉਹਨਾਂ ਨੂੰ ਵਧਾਉਣਾ ਹੈ। ਸਰਕਾਰ ਦਾ ਸਿਰਫ ਤਸਵੀਰ ਜਿਹੜੀ ਉਹਦੀ ਪਬਲਿਕ ਆ, ਜਿਹੜੇ ਲੋਕ ਨੇ ਉਹਨੂੰ ਫੈਸਿਲਿਟੀਆਂ ਦੇਣੀਆਂ ਨੇ, ਕਿਉਂਕਿ ਲੋਕ ਉਹਨਾਂ ਨੂੰ ਟੈਕਸ ਦਿੰਦੇ ਨੇ। ਕਿਉਂਕਿ ਘੱਟੋ ਘੱਟ ਜਿਹੜੇ ਲੋਕ ਇਸ ਲਾਇਕ ਬਣਨੇ ਚਾਹੀਦੇ ਕਿ ਜੇ ਕੋਈ ਦੇਖਣਯੋਗ ਚੀਜ਼ਾਂ ਬਣਾਈਆਂ ਨੇ ਤਾਂ ਘੱਟੋ ਘੱਟ ਉਹਦੇ ਤੇ ਪੈਸਾ ਖਰਚਣ ਜੋਗੇ ਤਾਂ ਹੋਣ। ਜੇ ਉਹ ਰੋਟੀ ਖਾਣ ਦੇ ਉਹਨਾਂ ਨੂੰ ਲਾਲੇ ਪਏ ਹੋਏ ਆ ਤੇ ਭਾਵੇਂ ਜਿੱਡੇ ਮਰਜ਼ੀ ਪਾਰਕ ਬਣਾ ਦਿਓ, ਜਿੱਦੇ ਮਰਜ਼ੀ ਐਂਟਰਟੇਨਮੈਂਟ ਦੇ ਰਿਸੋਰਸਸ ਖੜੇ ਕਰ ਦਿਓ, ਬਿਲਡਿੰਗਾਂ ਖੜੀਆਂ ਕਰ ਦਿਓ ਕਿ ਭਾਈ ਇੱਥੇ ਆਣ ਕੇ ਦੇਖੋ, ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੋਏਗਾ, ਕੋਈ ਲਾਗਾ ਦੇਗਾ ਨਹੀਂ ਹੋਏਗਾ, ਜਿੰਨੀ ਦੇਰ ਤੱਕ ਕਹਿੰਦੇ ਹੁੰਦੇ ਨਾ ਕਿ ਪੇਟ ਨਾ ਪਈਆਂ ਰੋਟੀਆਂ ਤੇ ਸਭੇ ਗੱਲਾਂ ਖੋਟੀਆਂ। ਇਹ ਬਹੁਤ ਜ਼ਰੂਰੀ ਹੋ ਜਾਂਦਾ ਸਰਕਾਰਾਂ ਲਈ ਕਿ ਲੋਕਾਂ ਦਾ ਇਸ ਪਹਿਲੂ ਦੇ ਉੱਤੇ ਧਿਆਨ ਰੱਖਿਆ ਜਾਵੇ। ਸੰਧੂ ਸਾਹਿਬ,
ਕਿਉਂਕਿ ਤੁਸੀਂ ਫੀਲਡ ਦੇ ਵਿੱਚ ਜਾ ਕੇ ਬਹੁਤ ਸਾਰਾ ਕੰਮ ਕੀਤਾ ਹੋਵੇਗਾ। ਮੈਂ ਇਸ ਕਰਕੇ ਇਸ ਪ੍ਰੋਟੈਸਟ ਦੇ ਬਾਬਤ ਹੀ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਕਿੱਦਾਂ ਦੇ ਹਾਲਾਤ ਤੁਹਾਨੂੰ ਦੇਖਣ ਨੂੰ ਮਿਲੇ, ਜਿੰਨਾ ਆਲੇ ਦੁਆਲੇ ਦਾ ਤੁਸੀਂ ਜਿਹੜਾ ਮਾਹੌਲ ਦੇਖਿਆ ਬੰਦ ਨੂੰ ਲੈ ਕੇ ਕਿੰਨਾ ਅਸਰ ਸੀ, ਲੋਕਾਂ ਦੇ ਵਿੱਚ ਕਿਹੋ ਜਿਹੀ ਚਰਚਾ ਸੀ, ਲੋਕ ਕਿੱਦਾਂ ਦੇ ਵਿਚਾਰ ਦੇ ਰਹੇ ਸੀਗੇ, ਕੀ ਉਹਨਾਂ ਨੂੰ ਇਹ ਬੰਦ ਪਸੰਦ ਸੀਗਾ ਜਾਂ ਉਹਨਾਂ ਨੇ ਨਕਾਰਿਆ ਏ, ਜਾਂ ਕਿਤੇ ਅੰਦਰ ਖਾਤੇ ਸਮਰਥਨ ਤਾਂ ਕਰਦੇ ਸੀ ਪਰ ਆਪਣਾ ਜਿਹੜਾ ਰੋਟੀ ਪਾਣੀ ਕਿਤੇ ਨਾ ਖੁੱਸਦਾ ਹੋ ਜਾਵੇ ਇਸ ਕਰਕੇ ਦੁਕਾਨਾਂ ਵੀ ਖੋਲੀਆਂ ਸੀਗੀਆਂ ਤੇ ਕਾਰੋਬਾਰ ਵੀ ਚੱਲਦੇ ਰੱਖੇ ਸੀਗੇ। ਦੇਖੋ ਜਸਵੀਰ ਜੀ, ਇਹਦੇ ਵਿੱਚੋਂ ਜਿਹੜੀ ਇੱਕ ਸਾਫ਼ ਤਸਵੀਰ ਸਾਹਮਣੇ ਆਉਂਦੀ ਹੈ 2019 ਦੇ ਇਲੈਕਸ਼ਨ ਨੂੰ ਲੈ ਕੇ ਆਉਂਦੀ ਹੈ, ਕਿਉਂਕਿ 2019 ਦਾ ਜਿਹੜਾ ਇਲੈਕਸ਼ਨ ਆਉਣ ਵਾਲਾ ਉਸ ਦੇ ਵਿੱਚ ਜਿਹੜੀ ਆਪਣੀ ਸੱਤਾ ਧਿਰ ਕੇਂਦਰ ਸਰਕਾਰ ਹੈ ਉਹ ਆਪਣੀਆਂ ਜਿਹੜੀਆਂ ਨੀਤੀਆਂ ਸੀਗੀਆਂ ਜਾਂ ਫਿਰ ਜਿਹੜੀਆਂ ਵਾਅਦੇ ਸੀਗੇ ਚੋਣ ਵਾਅਦੇ ਉਹਦੇ ਉਸ ਟਾਈਮ ਤੇ ਉਸ ਵਾਅਦਿਆਂ ਤੋਂ ਕਿਤੇ ਨਾ ਕਿਤੇ ਭੱਜ ਗਈ, ਉਸ ਵਾਅਦਿਆਂ ਤੋਂ ਕਿਤੇ ਨਾ ਕਿਤੇ ਮੁੱਕਰਦੀ ਨਜ਼ਰ ਆਈ, ਕਿਉਂਕਿ ਉਹ ਵਾਅਦੇ ਪੂਰੇ ਕਰਨੇ ਸੌਖੀ ਗੱਲ ਨਹੀਂ ਸੀ। ਉਹ ਤਾਂ ਉਹਨਾਂ ਨੇ ਜੁਮਲੇ ਕਹਿਤਾ ਸੀ, ਪਹਿਲੇ ਕਹਿਤਾ ਸੀ, ਜੁਮਲੇ ਕਹਿ ਦਿੱਤਾ ਸੀ, ਪਰ ਉਸ ਤੋਂ ਬਾਅਦ ਹੁਣ ਉਹਨਾਂ ਨੂੰ ਦੇਖੋ ਸਰਕਾਰਾਂ ਕਿਸ ਬੇਸ ਤੇ ਚੁਣੀਆਂ ਜਾਣੀਆਂ ਚਾਹੀਦੀਆਂ ਵਾ, ਉਹ ਚੁਣੀਆਂ ਜਾਣੀਆਂ ਚਾਹੀਦੀਆਂ ਮੁੱਦਿਆਂ ਦੇ ਬੇਸ ਤੇ, ਪਰ ਇੱਥੇ ਧਰਮ ਦੇ, ਜਾਤ ਦੇ ਜਾਂ ਫਿਰ ਇਸ ਤਰੀਕੇ ਨਾਲ ਵੰਡੀਆਂ ਪਾਉਂਦੇ ਨੇ, ਕਿਉਂਕਿ ਮੁਸਲਿਮ ਸਮਾਜ ਜਾਂ ਫਿਰ ਮਿਨੋਰਿਟੀ ਜਿਹੜੀ ਹੈ ਉਹ ਇੱਕ ਪਾਸੇ, ਦਲਿਤ ਸਮਾਜ ਨੂੰ ਇੱਕ ਪਾਸੇ, ਯਾਨੀ ਕਿ ਇੰਨਾ ਜ਼ਿਆਦਾ ਪੋਲਰਾਈਜੇਸ਼ਨ ਕਰ ਦਿੱਤਾ ਗਿਆ ਹੈ ਕਿ ਹੁਣ ਉਹਦੇ ਵਿੱਚ ਵੀ ਹਿੰਦੂ ਵੋਟ ਬੈਂਕ ਜਿਹੜਾ ਵਾ ਬੀਜੇਪੀ ਚਾਹੁੰਦੀ ਹੈ ਕਿ ਹਿੰਦੂ ਵੋਟ ਬੈਂਕ ਜਿਹੜਾ ਵਾ ਉਹ ਨਾ ਕਿਤੇ ਸਾਡੇ ਕੋਲੋਂ ਖੁੱਸ ਜੇ, ਉਸ ਨੂੰ ਵੀ ਸੰਭਾਲੇ ਰੱਖਣਾ ਹੈ। ਤੇ ਨਾਲ ਦੀ ਨਾਲ ਹੀ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਜਿਹੜਾ ਦਲਿਤ ਸਮਾਜ ਹੈ, ਜਿਹੜਾ ਇੱਕ ਪਿਛੜਾ ਵਰਗ ਜਿਹਨੇ ਜਿਹੜਾ 2 ਤਰੀਕ ਨੂੰ ਬੰਦ ਦਾ ਸੱਜਾ ਦਿੱਤਾ ਗਿਆ ਸੀਗਾ ਪਿਛਲੇ ਵਾਰੀ, ਉਸ ਨੂੰ ਦੇਖਦੇ ਹੋਏ ਇਹ ਵੀ ਇੱਕ ਪ੍ਰਯੋਗ ਕੀਤਾ ਗਿਆ, ਇੱਕ ਕੋਸ਼ਿਸ਼ ਕੀਤੀ ਗਈ ਕਿ ਦੇਖੇ ਕਿ ਇਹਦੇ ਵਿੱਚ ਕਿੰਨਾ ਜ਼ਿਆਦਾ ਹੁੰਗਾਰਾ ਮੁਲਾਕਾਤ ਕੀਤੀ ਤਾਂ ਕੀ ਉਹਨਾਂ ਦੇ ਵਿੱਚੋਂ ਵਿਚਾਰ ਨਿਕਲਦੇ ਲੋਕਾਂ ਦੇ ਵਿੱਚ ਦੇਖੋ ਜਿਹੜਾ ਰੋਜ਼ ਦਾ ਬੰਦਾ ਕੰਮ ਕਰਨ ਵਾਲਾ, ਜਿਵੇਂ ਕਿ ਇੱਕ ਰੇੜੀ ਵਾਲਾ ਬੰਦਾ ਹੈ, ਉਸ ਨੇ ਸ਼ਾਮਾਂ ਨੂੰ 200 ਰੁਪਏ 300 ਰੁਪਏ ਜਿਹੜੇ ਉਹਨੂੰ ਮਿਲਦੇ ਨੇ ਉਹਦੇ ਨਾਲ ਹੀ ਉਹਦਾ ਸ਼ਾਮ ਨੂੰ ਬੱਚੇ ਰੋਟੀ ਖਾ ਕੇ ਸੌਂਦੇ ਨੇ। ਉਸ ਲਈ ਬੰਦ ਉਸ ਵਾਸਤੇ ਕੋਈ ਵੀ ਜਾਤ, ਕੋਈ ਵੀ ਧਰਮ, ਕੋਈ ਵੀ ਜਥੇਬੰਦੀ, ਕੋਈ ਵੀ ਚੀਜ਼ ਮਾਇਨੇ ਨਹੀਂ ਰੱਖਦੀ, ਉਹਨੂੰ ਆਪਣੇ 200 ਰੁਪਏ ਦੇ ਨਾਲ ਮਤਲਬ ਹੁੰਦਾ, ਇੱਕ ਰਿਕਸ਼ੇ ਵਾਲੇ ਨੂੰ ਆਪਦੀ ਦਿਹਾੜੀ ਦੇ ਨਾਲ ਮਤਲਬ ਹੁੰਦਾ, ਕਿਉਂਕਿ ਸਰਕਾਰਾਂ ਵੀ ਕਿਹਦੀਆਂ ਹੁੰਦੀਆਂ ਨੇ, ਉਹਨਾਂ ਦੀਆਂ ਹੁੰਦੀਆਂ ਨੇ ਜਿਹੜੇ ਡਿਜ਼ਰਵ ਕਰਦੇ ਨੇ ਜਾਂ ਫਿਰ ਜਿਹੜੇ ਉਹਨਾਂ ਦਾ ਲਾਭ ਲੈ ਸਕਦੇ ਨੇ, ਉਹਨਾਂ ਵਾਸਤੇ ਸਰਕਾਰਾਂ ਹੁੰਦੀਆਂ ਨੇ। ਪਰ ਇੱਥੇ ਸਰਕਾਰਾਂ ਕੀ ਹੈ, ਸਰਕਾਰਾਂ ਅਬਾਣੀ ਅੰਡਾਣੀ ਵਾਸਤੇ ਨੇ ਜਾਂ ਫਿਰ ਉਹਨਾਂ ਵਾਸਤੇ ਨੇ ਜਿਹੜੇ ਸਰਕਾਰ ਨੂੰ ਚੋਣਾਂ ਦੇ ਵੇਲੇ ਕੁਝ ਹੁਲਾਰਾ ਦੇ ਸਕਦੇ ਨੇ, ਉਹਨਾਂ ਵਾਸਤੇ ਨਹੀਂ। ਉਹਨਾਂ ਵਾਸਤੇ ਤੇ ਖਾਲੀ ਵੋਟ ਬੈਂਕ ਨੂੰ ਹਥਿਆਉਣ ਵਾਸਤੇ ਮਨਾਂ ਦੇ ਵਿੱਚ ਪੁੱਠੀਆਂ ਚੀਜ਼ਾਂ ਭਰੀਆਂ ਜਾਂਦੀਆਂ ਨੇ, ਮਨਾਂ ਦੇ ਵਿੱਚ ਇਸ ਤਰੀਕੇ ਨਾਲ ਭਰਿਆ ਜਾਂਦਾ ਹੈ ਕਿ ਅਸੀਂ ਹਿੰਦੂ ਹਾਂ, ਅਸੀਂ ਫਲਾਣੇ ਆ, ਅਸੀਂ ਛੋਟੇ ਆ, ਅਸੀਂ ਵੱਡੇ ਆ। ਬਿਲਕੁਲ। ਔਰ ਇਹ ਸਬੰਧ ਦਾ ਅਸਰ ਸ਼ਾਇਦ ਇਸੇ ਕਰਕੇ ਘੱਟ ਨਜ਼ਰ ਆਇਆ ਕਿਉਂਕਿ ਬਹੁਤੇ ਲੋਕ ਜਿਹੜੇ ਸੀਗੇ ਉਹ ਆਪਣੇ ਰੋਟੀ ਪਾਣੀ ਦੇ ਜੁਗਾੜ ਤੱਕ ਆਪਣੇ ਆਪ ਨੂੰ ਸੀਮਤ ਕਰੀ ਬੈਠੇ। ਉਹਨਾਂ ਦੀ ਆਪਣੀ ਮਜਬੂਰੀ ਹੈ ਕਿ ਜੇ ਕੰਮ ਨਹੀਂ ਕਰਨਗੇ ਤੇ ਉਹਨਾਂ ਦੇ ਬੱਚਿਆਂ ਨੂੰ ਰੋਟੀ ਨਹੀਂ ਮਿਲ ਪਾਏਗੀ। ਪਰ ਇਹ ਦੌਰ ਇਹੋ ਜਿਹਾ ਆ। ਇੱਕ ਛੋਟਾ ਜਿਹਾ ਕਮੈਂਟ ਕਰਨਾ ਚਾਹਾਂਗਾ ਕਿ ਪਠਾਨਕੋਟ ਦੀ ਇੱਕ ਖਬਰ ਮੈਂ ਦੇਖਣ ਦਿਆ ਸੀਗਾ, ਪਠਾਨਕੋਟ ਦੇ ਵਿੱਚ ਵੀ ਬੰਦ ਦਾ ਅਸਰ ਦਿਖਿਆ ਪਰ ਬਹੁਤ ਥੋੜਾ ਰਿਹਾ। ਉੱਥੇ ਜਦੋਂ ਜਿਹੜੇ ਪ੍ਰਦਰਸ਼ਨਕਾਰੀ ਉਹਨਾਂ ਦੇ ਨਾਲ ਗੱਲ ਕੀਤੀ ਜਾ ਰਹੀ ਸੀਗੀ ਤੇ ਜਿਹੜਾ ਉਹ ਟਾਈਮ ਸੀਗਾ ਗੱਲ ਕਰਦੇ ਸੀਗੇ ਜਦੋਂ ਪੱਤਰਕਾਰਾਂ ਨੇ ਉਹਨਾਂ ਨੂੰ ਪੁੱਛਿਆ ਕਿ ਜਿਹੜਾ ਬੰਦ ਦਾ ਅਸਰ ਆ ਜਾਂ ਫਿਰ ਬੰਦ ਦੇ ਵਿੱਚ ਤੁਹਾਡਾ ਕੌਣ ਸਾਥ ਦੇ ਰਿਹਾ ਹੈ, ਤੇ ਉਦੋਂ ਉਹ ਗਾਇਬ ਹੋ ਗਏ। ਮਤਲਬ ਕਿ ਉਹਨਾਂ ਨੂੰ ਇਹ ਨਹੀਂ ਸੀ ਸਮਝ ਆ ਰਿਹਾ ਕਿ ਸਾਡਾ ਸਾਥ ਕੌਣ ਦੇ ਰਿਹਾ ਹੈ, ਔਰ ਇਹ ਨਹੀਂ ਕਲੀਅਰ ਕਰ ਪਾਉਂਦੇ। ਉਹਨਾਂ ਨੇ ਫਿਰ ਸਿਰਫ ਵਪਾਰ ਮੰਡਲ ਤੋਂ ਇਲਾਵਾ ਉਹਨਾਂ ਨੇ ਹੋਰ ਕੋਈ ਚੀਜ਼ ਉਹਨਾਂ ਦੇ ਮਤਲਬ ਕਿ ਉਹਨਾਂ ਦੇ ਕੋਲ ਨਹੀਂ ਸੀ ਕਹਿਣ ਵਾਸਤੇ ਕਿ ਸਾਡਾ ਸਾਥ ਵਿੱਚ ਕੌਣ ਆ। ਇੱਥੋਂ ਇੱਕ ਚੀਜ਼ ਬਿਲਕੁਲ ਕਲੀਅਰ ਹੋ ਗਈ, ਉਹ ਜਿੰਨੇ ਜਾਣੇ ਪ੍ਰਦਰਸ਼ਨ ਕਰਨ ਦਾ ਸੀ, ਮੈਨੂੰ ਲੱਗਦਾ ਹੈ ਕਿ ਪੁਲਿਸ ਥਾਣੇ ਦੇ ਵਿੱਚ ਕਿਸੇ ਕੇਸ ਨੂੰ ਲੈ ਕੇ ਉਹਨੇ ਲੋਕੀ ਪ੍ਰਦਰਸ਼ਨ ਕਰਨ ਵਾਸਤੇ ਬਾਹਰ ਲੱਗ ਜਾਂਦੇ। ਇਹਦੀ ਐਕਸਪਲੇਨੇਸ਼ਨ ਤਸਵੀਰ ਇਹ ਆ ਬਈ ਉਹਨਾਂ ਨੂੰ ਨਹੀਂ ਪਤਾ ਕੌਣ ਉਹਨਾਂ ਨੂੰ ਲੀਡ ਕਰ ਰਿਹਾ, ਪਰ ਉਹ ਆਪਣੀ ਜਾਤੀ ਦੇ ਨਾਂ ਤੇ ਬਿਲਕੁਲ ਇਸ ਤਰੀਕੇ ਨਾਲ ਭੜਕਾਇਆ ਗਿਆ ਕਿ ਉਹ ਬਾਹਰ ਆ ਗਏ ਨੇ। ਬਿਲਕੁਲ। ਔਰ ਉਹਨਾਂ ਨੂੰ ਮੁੱਦਿਆਂ ਦੀ ਮੂਲ ਸਮਝ ਵੀ ਹੈ ਨਹੀਂ ਹੈ ਕਿ ਅਸਲ ਦੇ ਵਿੱਚ ਇਹ ਨੁਕਤਾ ਕਿਉਂ ਉਠਾਇਆ ਗਿਆ ਹੈ, ਇਹਦੇ ਉਹਨਾਂ ਦੀ ਜ਼ਾਤ ਜਾਂ ਉਹਨਾਂ ਦੇ ਧਰਮ ਦੇ ਲੋਕਾਂ ਨੂੰ ਕੀ ਫਾਇਦਾ ਹੋਏਗਾ, ਹੁਣ ਕੀ ਨੁਕਸਾਨ ਹੋ ਰਿਹਾ ਹੈ, ਕਿਹਨੂੰ ਕਿੰਨਾ ਫਾਇਦਾ ਮਿਲ ਰਿਹਾ ਹੈ, ਜਿਹਦੇ ਵਿਰੋਧ ਦੇ ਵਿੱਚ ਅਸੀਂ ਰੋਸ ਪ੍ਰਦਰਸ਼ਨ ਕਰ ਰਹੇ ਹਾਂ। ਕਿਉਂਕਿ ਉੱਥੇ ਸਿਰਫ ਤੇ ਸਿਰਫ ਜਾਤ ਧਰਮ ਦਿਖਾਇਆ ਜਾਂਦਾ, ਉੱਥੇ ਮੁੱਦੇ ਦੀ ਮੂਲ ਸਮੱਸਿਆ ਦੇ ਬਾਰੇ ਉਹਨਾਂ ਨੂੰ ਜਾਣੂ ਤੱਕ ਨਹੀਂ ਕਰਵਾਇਆ ਜਾਂਦਾ ਜਾਂ ਲੋਕ ਜਾਣੂ ਨਹੀਂ ਹੋਣਾ ਚਾਹੁੰਦੇ। ਸੋ ਇਹ ਪਰਿਸਥਿਤੀਆਂ ਸਾਡੇ ਮੁਲਕ ਦੇ ਵਿੱਚ ਬਣੀਆਂ ਹੋਈਆਂ ਨੇ। ਫਿਲਹਾਲ ਛੋਟੀ ਜਿਹੀ ਬ੍ਰੇਕ ਦਾ ਸਮਾਂ ਹੋ ਰਿਹਾ, ਮਿਲਦੇ ਇਸ ਬ੍ਰੇਕ ਤੋਂ ਬਾਅਦ। ਦੇਖਦੇ ਰਹੋ ਚੱਕ ਦੇ।